ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਇਸ ਵਕਤ ਦੀ ਵੱਡੀ ਖਬਰ ਤੇ ਵੱਲ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ। ਇਸ ਪ੍ਰੈਸ ਵਾਰਤਾ ਦੇ ਦਰਮਿਆਨ ਸੰਯੁਕਤ ਕਿਸਾਨ ਮੋਰਚੇ ਨੇ 12 ਅਕਤੂਬਰ ਨੂੰ ਕਿਸਾਨਾਂ ਦੇ ਅੰਤਿਮ ਅਰਦਾਸ ਵਾਲੇ ਦਿਨ ਨੂੰ ਲੈ ਕੇ ਵੱਡੇ ਐਲਾਨ ਕੀਤੇ ਨੇ। ਸੰਯੁਕਤ ਕਿਸਾਨ ਮੋਰਚੇ ਦੀ ਸਿੱਧਾ ਪ੍ਰੈਸ ਕਾਨਫਰੰਸ ਦੇ ਵੱਲ ਵਧਾਂਗੇ कि आखिरकार किसानों ने ऐलान की कीते ने। इसलिए हमने तय किया है कि 12 तारीख को देश भर के किसान तिकोनिया लखीमपुर खेरी पहुँचे। अंतिम अरदास है, श्रद्धांजलि है, भोग है हमारे उन 4 किसान और 1 पत्रकार, 5 किसान शहीदों का, उसकी श्रद्धांजलि में पहुँचे। वहीं से कलश यात्रा, उनके अस्थि कलश लेके उत्तर प्रदेश के 75 जिलों के लिए 75 यात्राएं निकलेंगी। देश के बाकी हर राज्य के लिए अलग अलग यात्रा शुरू होगी। 24 अक्टूबर तक यात्रा पूरी होगी। दशहरे वाले दिन इस बार नरेंद्र मोदी, अमित शाह, योगी जैसे लोगों के पुतले जलाए जाएंगे। सच की विजय के लिए लोग उनके झूठ के पुतले जलाएंगे। 18 अक्टूबर को 6 घंटे के लिए रेल रोको किया जाएगा और 26 अक्टूबर को लखनऊ में एक महापंचायत आयोजित की जाएगी लखीमपुर हत्याकांड के विरोध में। संयुक्त किसान मोर्चा पहले दिन से इसके खिलाफ अपने लोकतांत्रिक शांतिपूर्ण संघर्ष में खड़ा है और हमारा संघर्ष जारी है। ਤੇ ਉਧਰ ਬੀਤੇ ਦਿਨੀ ਲਖੀਮਪੁਰ ਦੀ ਘਟਨਾ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰਾਂ ਦੇ ਘਰੇ ਨਵਜੋਤ ਸਿੰਘ ਸਿੱਧੂ ਗਏ ਵੀ ਅਤੇ ਇੱਕ ਪੱਤਰਕਾਰ ਦੇ ਘਰੇ ਨਵਜੋਤ ਸਿੰਘ ਸਿੱਧੂ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਸੀ ਕਿ ਜਦੋਂ ਤੱਕ ਜੋ ਮੁੱਖ ਦੋਸ਼ੀ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੈ ਉਸ ਨੂੰ ਹਿਰਾਸਤ 'ਚ ਨਹੀਂ ਲਿਆ ਜਾਂਦਾ ਉਦੋਂ ਤੱਕ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਏਗੀ। ਇਸ ਭੁੱਖ ਹੜਤਾਲ ਦਾ ਪ੍ਰਭਾਵ ਵੀ ਕਾਫੀ ਵੱਡੇ ਪੱਧਰ ਤੇ ਵੇਖਣ ਨੂੰ ਮਿਲਿਆ। ਪ੍ਰਸ਼ਾਸਨ ਦੇ ਉੱਤੇ ਦਬਾਅ ਵੀ ਸੀ ਪਰ ਕੱਲ ਤੜਕਸਾਰ ਉਹ ਸ਼ਖਸ ਖੁਦ ਹੀ ਪੁਲਿਸ ਦੇ ਕੋਲ ਸਰੈਂਡਰ ਕਰ ਗਿਆ ਜਿਸ ਤੋਂ ਬਾਅਦ ਲੰਮਾ ਸਮਾਂ ਪੁੱਛ ਪੜਤਾਲ ਉਸ ਦੇ ਕੋਲੋਂ ਚੱਲੀ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਬਾਅਦ ਆਪਣੀ ਭੁੱਖ ਹੜਤਾਲ ਵੀ ਖਤਮ ਕਰ ਦਿੱਤੀ ਸੀ। ਉਸ ਵਕਤ ਦੀਆਂ ਤਸਵੀਰਾਂ ਵੇਖ ਰਹੇ ਹੋ ਜਦੋਂ ਨੰਨੀਆਂ ਮੁੰਨੀਆਂ ਬੱਚੀਆਂ ਦੇ ਨਾਲ ਬੈਠ ਕੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਭੁੱਖ ਹੜਤਾਲ ਜਿਹੜੀ ਹੈ ਖਤਮ ਕੀਤੀ ਹੈ। सत्य की इस लड़ाई में आज जीत हुई, किसान भाइयों की जीत हुई, कश्यप साहब के परिवार की जीत हुई, क्योंकि उन्हें मुआवजा नहीं चाहिए था, मुआवजा से ज्यादा उन्हें न्याय चाहिए। समझिए, लवप्रीत उसकी बहन ने कहा मुझे मुआवजा नहीं चाहिए, मुझे इंसाफ चाहिए। इसलिए ये सत्य का मार्ग हमें अपनाना चाहिए। हर राजनीतिक व्यक्ति के लिए ये बहुत जरूरी है कि उसका कोई किरदार हो, क्योंकि किरदारों पे ही विश्वास होता है। आखिर में ये कहता हूं कि योद्धा वही जो जूझे रण के अंदर, मित्र वही जो समय पे काम आए, योगी यति मानव की मति, सत्य के मार्ग पे चल के ही परम सत्यमेव जयते। ਸੋ ਇਸ ਭੁੱਖ ਹੜਤਾਲ ਦਾ ਸਿਆਸਤ ਤੇ ਪ੍ਰਭਾਵ ਕਿਹੋ ਜਿਹਾ ਰਿਹਾ ਇਸ ਦੇ ਲਈ ਸਿੱਧਾ ਚੱਲਾਂਗੇ ਸੀਨੀਅਰ ਪੱਤਰਕਾਰ ਵਿਜੇ ਮੌਰਿਆ ਹੋਣਾ ਦੇ ਵੱਲ। ਮੌਰਿਆ ਸਾਹਿਬ, ਕਿੱਦਾਂ ਦਾ ਪ੍ਰਭਾਵ ਵੇਖਦੇ ਹੋ ਜਿਸ ਹਿਸਾਬ ਦੇ ਨਾਲ ਨਵਜੋਤ ਸਿੰਘ ਸਿੱਧੂ ਉੱਥੇ ਭੁੱਖ ਹੜਤਾਲ ਤੇ ਸੀ? ਚਰਚਾਵਾਂ ਵੀ ਸਾਹਮਣੇ ਆਈਆਂ ਕਿ ਪ੍ਰਸ਼ਾਸਨ ਤੇ ਬਹੁਤ ਵੱਡਾ ਦਬਾਅ ਸੀ, ਉਸ ਪਰਿਵਾਰ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ ਜਿੱਥੇ ਬੈਠ ਕੇ ਨਵਜੋਤ ਸਿੰਘ ਸਿੱਧੂ ਪ੍ਰਦਰਸ਼ਨ ਮਾਫ ਕਰਨਾ ਹੜਤਾਲ ਦੇ ਉੱਤੇ ਸੀ, ਭੁੱਖ ਹੜਤਾਲ ਦੇ ਉੱਤੇ। ਸੋ ਇਸ ਸਾਰੇ ਦੇ ਦਰਮਿਆਨ ਜੋ ਕੁਝ ਹੋਇਆ ਇਸ ਸਾਰੇ ਵਰਤਾਰੇ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਕਿ ਪ੍ਰਭਾਵ ਰਿਹਾ ਹੈ ਨਵਜੋਤ ਸਿੰਘ ਸਿੱਧੂ ਦੇ ਭੁੱਖ ਹੜਤਾਲ ਦਾ? ਗਗਨ ਜੀ, ਸਤਿਮੇਵ ਜੈਤ, ਆਖਿਰਕਾਰ ਸੱਤ ਦੀ ਜੀਤ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਜੋ ਕਿ ਲਖੀਮਪੁਰ ਦੇ ਵਿੱਚ ਆਏ ਹੋਏ ਸੀ, ਮਾਰਚ ਲੈ ਕੇ ਆਏ ਸੀਗੇ ਕਿਉਂਕਿ ਉੱਥੇ ਕੇਂਦਰੀ ਰਾਜ ਗ੍ਰਹਿ ਮੰਤਰੀ ਦੇ ਬੇਟੇ 'ਤੇ ਆਰੋਪ ਲਾਏ ਸੀਗੇ ਕਿ ਜਿੱਥੇ ਪਿੱਛੇ ਦਿਨੀ ਕਿਸਾਨਾਂ ਦੀ ਮੌਤ ਹੋ ਗਈ ਸੀ ਇੱਕ ਹਾਦਸੇ ਦੇ ਵਿੱਚ, ਉਹਦੇ ਵਿੱਚ ਆਰੋਪੀ ਦੱਸਿਆ ਜਾ ਰਿਹਾ ਸੀਗਾ ਅਤੇ ਉਹਦੀ ਹਜੇ ਤੱਕ ਗ੍ਰਿਫਤਾਰੀ ਨਹੀਂ ਹੋ ਰਹੀ ਸੀਗੀ। ਔਰ ਉੱਥੇ ਪਹਿਲਾਂ ਪ੍ਰਿयंका ਗਾਂਧੀ, ਫਿਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜੋ ਉੱਥੇ ਭੁੱਖ ਹੜਤਾਲ ਸ਼ੁਰੂ ਕੀਤੀ। ਇੱਕ ਪ੍ਰੈਸ਼ਰ ਬਣਿਆ ਉੱਥੇ ਯੂਪੀ ਗੌਰਮੈਂਟ 'ਤੇ ਔਰ ਮੁੜ ਇਨਕੁਆਇਰੀ ਵੀ ਹੋਈ, ਪਰਚਾ ਵੀ ਦਰਜ ਹੋਇਆ ਔਰ ਹੁਣ ਕੁਝ ਦਿਨਾਂ ਬਾਅਦ ਗ੍ਰਿਫਤਾਰੀ ਅੱਜ ਸਵੇਰੇ ਹੋ ਗਈ ਆਸ਼ੀਸ਼ ਮਿਸ਼ਰਾ ਦੇ ਬੇਟੇ ਦੀ। ਤੋ ਕਹਿਣ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜੋ ਪ੍ਰਭਾਵ ਹੈ ਪੋਲੀਟਿਕਸ ਦੇ ਵਿੱਚ ਉਹ ਸਾਫ਼ ਦਿਖਾਈ ਦਿੱਤਾ, ਲੋਕਾਂ ਦਾ ਸਮਰਥਨ ਮਿਲਿਆ ਔਰ ਪੂਰੇ ਦੇਸ਼ ਦੇ ਵਿੱਚ ਇੱਕ ਉਹਨਾਂ ਨੇ ਲਹਿਰ ਪੈਦਾ ਕਰਤੀ ਕਿ ਇਨਸਾਫ ਕਦੇ ਲੁਕਾਇਆ ਔਰ ਛੁਪਾਇਆ ਨਹੀਂ ਜਾ ਸਕਦਾ। ਦੇਰੀ ਹੋ ਸਕਦੀ ਹੈ लेकिन अगर
ਇਨਸਾਫ ਦੀ ਆਵਾਜ਼ ਲਈ ਆਵਾਜ਼ ਚੱਕੀ ਜਾਏ ਤਾਂ ਉਹ ਆਵਾਜ਼ ਮਜ਼ਬੂਤ ਬਣ ਕੇ ਸਾਹਮਣੇ ਆਉਂਦੀ ਹੈ। ਔਰ ਜਿਹੜੀ ਸਾਡੀ ਕੋਰਟਸ ਨੇ, ਸਾਡੇ ਹਿੰਦੁਸਤਾਨ ਦੀ ਕੋਰਟਸ, ਉਹਨਾਂ 'ਤੇ ਲੋਕਾਂ ਦਾ ਅੱਜ ਵੀ ਬਹੁਤ ਵੱਡਾ ਵਿਸ਼ਵਾਸ ਹੈ। ਇਹ ਇਨਸਾਫ ਦਾ ਮੰਦਿਰ ਕਹੀ ਜਾਂਦੀਆਂ ਕੋਰਟਾਂ। ਤੋਂ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਇਸ ਕੇਸ ਦੇ ਮਾਮਲੇ 'ਚ ਸੂਓ ਮੋਟੋ ਲਿਆ ਸੀਗਾ, ਉਸ ਤੋਂ ਬਾਅਦ ਪੁਲਿਸ 'ਤੇ ਵੀ ਪ੍ਰੈਸ਼ਰ ਸੀ ਔਰ ਨਵਜੋਤ ਸਿੰਘ ਸਿੱਧੂ ਔਰ ਪ੍ਰਿयंका ਗਾਂਧੀ ਨੇ ਜਿਹੜਾ यूपी ਦੇ ਵਿੱਚ ਜਾ ਕੇ बीजेपी ਗਵਰਨਮੈਂਟ ਦੇ ਖਿਲਾਫ ਇੱਕ ਮਾਹੌਲ ਬਣਾਇਆ, ਜਿਹੜੇ ਮ੍ਰਿਤਕ ਪਰਿਵਾਰਾਂ ਦੇ ਹੱਕ ਔਰ ਇਨਸਾਫ ਦਿਵਾਉਣ ਦੀ ਜਿਹੜੀ ਗੱਲ ਚੱਕੀ ਸੀ ਉਹ ਅੱਜ ਪੂਰੀ ਹੋ ਗਈ। ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਹੋ ਗਈ ਹੈ ਔਰ ਨਵਜੋਤ ਸਿੰਘ ਸਿੱਧੂ ਨੇ ਆਪਾਂ ਕਹਿ ਸਕਦੇ ਕਿ ਉਹਨਾਂ ਦਾ ਜੋ ਉੱਥੇ ਭੁੱਖ ਹੜਤਾਲ ਸ਼ੁਰੂ ਕੀਤੀ ਉਹਦਾ ਇੱਕ ਸਿਆਸੀ ਫਾਇਦਾ ਵੀ ਹੋਇਆ ਔਰ ਪਰਿਵਾਰ ਨੂੰ ਵੀ ਫਾਇਦਾ ਹੋਇਆ ਕਿ ਹੁਣ ਜੋ ਉਹ ਮੰਗ ਰਹੇ ਸੀ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਉਹ ਹੋ ਗਈ ਹੈ। ਸੋ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਪੂਰੇ ਸੰਘਰਸ਼ੀਲ ਜਿਹੜੇ ਇਸ ਮਾਮਲੇ 'ਚ ਦਿਖਾਈ ਦੇ ਰਹੇ ਸੀ, ਕਿਤੇ ਨਾ ਕਿਤੇ ਕਹਿ ਸਕਦੇ ਕਿ ਉਹਨਾਂ ਦਾ ਇਹ ਅਭਿਆਨ ਸਫਲ ਹੋਇਆ ਔਰ ਉਹਨਾਂ ਨੇ ਇੱਕ ਵਾਰੀ ਦੱਸਤਾ ਕਿ ਉਹਨਾਂ ਦੇ ਵਿੱਚ ਰਾਜਨੀਤਿਕ ਲੜਾਈ ਲੜਨ ਦੀ ਪੂਰੀ ਸ਼ਮਤਾ ਹੈਗੀ ਹੈ ਔਰ ਉਹ ਕਾਂਗਰਸ ਦੇ ਲਈ ਇੱਕ ਵੱਡੇ ਲੀਡਰ ਸਾਬਿਤ ਹੋ ਸਕਦੇ ਹੈ। ਕਿਉਂਕਿ ਪ੍ਰਿयंका ਗਾਂਧੀ ਵੀ ਉੱਥੇ ਗਏ ਸੀ, ਉਹਨਾਂ ਨੇ ਵੀ ਪੂਰਾ ਸੰਘਰਸ਼ ਕੀਤਾ। ਤਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਦੀ ਉਹ ਮਦਦ ਲਈ ਹਰਦਮ ਤਿਆਰ ਨੇ, ਤਾਂ ਉਹਨਾਂ ਨੇ ਜਾ ਕੇ ਜਿੱਥੇ ਲਖੀਮਪੁਰ यूपी ਦੇ ਵਿੱਚ ਜਾ ਕੇ ਆਪਣੇ MLAs ਨੂੰ ਲੈ ਕੇ ਔਰ ਲੀਡਰਾਂ ਨੂੰ ਲੈ ਕੇ ਜੋ ਸੰਘਰਸ਼ ਉੱਥੇ ਕੀਤਾ, ਉੱਥੇ ਕਿਤੇ ਨਾ ਕਿਤੇ ਉਹਨਾਂ ਨੇ ਪ੍ਰਿयंका ਗਾਂਧੀ, ਰਾਹੁਲ ਗਾਂਧੀ ਦੀ ਇੱਕ ਜਿਹੜੀ ਛਵੀ ਨੂੰ ਸਟਰੋਂਗ ਕੀਤਾ। ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਨਵਜੋਤ ਸਿੰਘ ਸਿੱਧੂ ਜਾਂ ਉਹਨਾਂ ਦੀ ਟੀਮ ਜਿਹੜੀ ਹੈ ਉਹਨਾਂ ਦੇ ਨਾਲ ਹਰ ਦੁੱਖ ਸੁੱਖ ਵੇਲੇ ਖੜੀ ਹੈ ਔਰ ਕਾਂਗਰਸ ਨੂੰ ਅੱਗੇ ਲੈ ਕੇ ਜਾਣ ਲਈ ਔਰ ਲੋਕਾਂ ਦੀ ਰਹਿਨੁਮਾਈ ਲਈ ਪੂਰੀ ਤਿਆਰ ਹੈ। ਔਰ ਇसी ਦਾ ਇੱਕ ਨਤੀਜਾ ਸਾਬਿਤ ਹੋਇਆ ਕਿ ਉੱਥੇ ਜਿਹੜੇ ਮ੍ਰਿਤਕ ਪਰਿਵਾਰ ਜਿਹੜੀ ਡਿਮਾਂਡ ਕਰ ਰਹੇ ਸੀ ਕਿ ਜਿਹੜੇ ਹਾਦਸੇ ਦਾ ਆਰੋਪੀ ਸੀ ਉਹਨੂੰ ਗ੍ਰਿਫਤਾਰ ਕਰ ਲਿੱਤਾ ਜਾਵੇ, ਪੁਲਿਸ ਤੇ ਪੂਰਾ ਪ੍ਰੈਸ਼ਰ ਪਿਆ ਔਰ ਅੱਜ ਉਹ ਆਰੋਪੀ ਗ੍ਰਿਫਤਾਰ ਹੋ ਗਿਆ। ਸੋ ਉਧਰ ਇਸ ਮਾਮਲੇ ਨੂੰ ਲੈ ਕੇ ਲਖੀਮਪੁਰ ਦੀ ਘਟਨਾ ਦੇ ਉੱਤੇ ਵੱਖ-ਵੱਖ ਸਿਆਸੀ ਪ੍ਰਤੀਕਰਮ ਵੀ ਨੇ। ਖਾਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਭੁੱਖ ਹੜਤਾਲ ਦੇ ਉੱਤੇ ਭਾਜਪਾ ਦੇ ਆਗੂ ਸ਼ਵੇਤ ਮਲਿਕ ਦਾ ਪ੍ਰਤੀਕਰਮ ਹੈ। ਸ਼ਵੇਤ ਮਲਿਕ ਨੇ ਕਿਹਾ ਹੈ ਕਿ ਸ਼ਹੀਦਾਂ ਦੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਉੱਥੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਸਾਰੇ ਮੁੱਦੇ SIT ਬਣਾ ਕੇ ਤੁਸੀਂ ਠੰਡੇ ਬਸਤੇ 'ਚ ਪਾਏ ਨੇ, ਉੱਥੇ ਤਾਂ ਸਾਡੀ ਸਰਕਾਰ ਨੇ ਤੁਰੰਤ ਐਕਸ਼ਨ ਲਿਆ। 45 ਲੱਖ ਰੁਪਏ ਜਿਹੜੇ ਨੇ ਉਹ ਕੰਪਨਸੇਸ਼ਨ ਵੀ ਦੇਤੀ, ਸਰਕਾਰੀ ਨੌਕਰੀ ਵੀ ਜਿਹੜੀ ਹੈ ਦੇਤੀ ਹੈ। ਸੋ ਤੁਸੀਂ ਸਿਰਫ ਰਾਜਨੀਤਿਕ ਰੋਟੀਆਂ ਸੇਕਣ ਉੱਥੇ ਤੇ ਗਏ ਹੋਏ ਹੋ ਕਿ ਤੁਹਾਡਾ ਰਾਜਸਥਾਨ ਵਿੱਚ ਜਿਹੜਾ ਕਿਸਾਨਾਂ ਦੇ ਲਾਠੀ ਚਾਰਜ ਹੋਇਆ ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ। ਸੋ ਮੈਂ ਇਹੀ ਕਹਿ ਰਿਹਾ ਵਾਂ ਕਿ ਲਖੀਮਪੁਰ ਜਾਣ ਦੀ ਬਜਾਏ ਪੰਜਾਬ ਸੰਭਾਲੋ। ਤੇ ਉਧਰ ਵਿਕਰਮ ਮਜੀਠੀਆ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਪ੍ਰੈਸ ਵਾਰਤਾ ਕੀਤੀ ਗਈ ਹੈ। ਇਸ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਭਾਜਪਾ ਦੀ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਜੋ ਕੁਝ ਕਰ ਰਹੀ ਹੈ ਇਹ ਨਹੀਂ ਸੀ ਹੋਣਾ ਚਾਹੀਦਾ। ਅਜਿਹੇ ਦੌਰ ਦੇ ਵਿੱਚ ਉਹ ਭਾਜਪਾ ਦੇ ਲਈ ਕਈ ਵੱਡੇ ਬਿਆਨ ਦੇ ਕੇ ਗਏ ਨੇ। ਇੰਸੀਡੈਂਟ ਲਖੀਮਪੁਰ ਖੇਰੀ 'ਚ ਹੋਇਆ ਉਹਦਾ ਸਾਰਾ ਜਾਇਜ਼ਾ ਲੈ ਕੇ ਆਏ ਆ ਔਰ ਪਰਿਵਾਰਾਂ ਨੂੰ ਮਿਲ ਕੇ ਆਏ। ਔਰ ਮੈਂ ਕਹਿ ਸਕਦਾ ਸਭ ਤੋਂ ਪਹਿਲਾਂ ਇਹ ਗੱਲ ਕਿ ਉਹਨਾਂ ਦਾ ਦਰਦ ਨਾ ਵੇਖਿਆ ਜਾਂਦਾ ਸੀ ਤੇ ਨਾ ਸੁਣਨ ਦਾ ਜੀ ਕਰਦਾ ਸੀ। ਜੋ ਹਾਲਾਤ ਉੱਥੇ ਬਣੇ ਸੀ, ਲਵਪ੍ਰੀਤ ਇੱਕ 18 ਸਾਲ ਦਾ ਨੌਜਵਾਨ ਜਿਹਦੀ ਸਾਰੀ ਜ਼ਿੰਦਗੀ ਹਲੇ ਉਹਦੇ ਅੱਗੇ ਪਈ ਸੀ। 2 ਭੈਣਾਂ ਦਾ, ਆਪਣੇ ਮਾਪਿਆਂ ਦਾ ਕੱਲਾ ਪੁੱਤ ਔਰ ਇੰਨੇ ਪਿਆਰ ਨਾਲ, ਇੰਨੇ ਲਾਡ ਨਾਲ ਉਸ ਮਾਂ ਨੇ ਉਸ ਦਿਨ ਉਹਨੂੰ ਤਿਆਰ ਕਰਕੇ ਉੱਥੇ ਲੰਗਰ ਦੀ ਸੇਵਾ ਕਰਨ ਵਾਸਤੇ, ਕਿਸਾਨੀ ਦੀ ਹੱਕ ਸੱਚ ਲਈ ਆਵਾਜ਼ ਉਠਾਉਣ ਵਾਸਤੇ ਉਹ ਉੱਥੇ ਗਿਆ ਸੀ, ਮਗਰ ਵਾਪਸ ਨਹੀਂ ਮੁੜਿਆ। ਔਰ ਜੋ ਹਾਲਾਤ ਉਹਨਾਂ ਦੇ ਮਾਤਾ ਜੀ ਦੇ ਜੋ ਦੇਖੇ ਉਹ ਸ਼ਬਦਾਂ ਨਾਲ ਬਿਆਨ ਨਹੀਂ ਕੀਤੇ ਜਾ ਸਕਦੇ। ਉਸ ਮਾਂ ਦਾ ਦਰਦ, ਉਸ ਬਜ਼ੁਰਗ ਦਾ ਦਰਦ। ਔਰ ਛੋਟੇ 3 ਕਿੱਲੇ ਦੀ ਜ਼ਮੀਨ ਦੇ ਮਾਲਕ, ਸਿਰਫ ਤੇ ਸਿਰਫ 3 ਕਿੱਲੇ। ਔਰ ਉਸ ਤੋਂ ਬਾਅਦ ਇੱਕ ਸਰਦਾਰ ਨਛੱਤਰ ਸਿੰਘ, ਸੋਲ ਬ੍ਰੈਡ ਓਨਰ, ਸਾਰਾ ਘਰ ਦੀ ਕਮਾਈ ਉਹਨਾਂ ਤੇ ਨਿਰਭਰ, ਜਿਨ੍ਹਾਂ ਦਾ ਲੜਕਾ ਸੀਮਾ ਸੁਰੱਖਿਆ ਬਲ 'ਚ ਬਾਰਡਰ ਤੇ ਤੈਨਾਤ ਹੈ, ਉਹਨਾਂ ਦਾ ਬੱਚਾ ਦੂਜੀ ਉਹਨਾਂ ਦੇ ਬਜ਼ੁਰਗ ਉਹ ਸ਼ਹੀਦ ਹੋਏ ਨਛੱਤਰ ਸਿੰਘ जी। मैं ना ही उन हालातों को मैं समझ सकती, लेकिन आज यहाँ बैठ के उनको बयान करने के लिए भी मेरे दिल में इतना भारी दर्द और दुख है कि उसके बारे सोच के मेरी आंखों में इस समय भी आंसू आ जाते हैं। कहीं ना कहीं सरकारों की और शायद हम सब की शायद इंसानियत ही मरती जा रही है। कहीं पे कोई हादसा होता है, कौन कसूरवार है,
जस्टिस मिल जाए नहीं मिले, बस यहाँ तक बात सीमित रह जाती है। लेकिन उधर जाके जो लोगों के घरों में जाके उनके हालात देखे, उनके परिवारजनों के साथ जाके जो मैंने दुख देखा है, जो गरीबी देखी है, जो उनकी गुहार सुनी है, वो मैं सिर्फ यही कह सकती हूँ कि मुझे कहीं ना कहीं अफसोस, दुख और शर्म आती है कि जिन लोगों को चुन के सरकारें बनाई हैं, आज जब ऐसा हादसा होता है तो वो चुने हुए लोगों में से एक भी जाके इस दुख की समय में, दुख की घड़ी में उन लोगों का साथ नहीं दे रहा है। 18 साल के लवप्रीत की माँ, कच्चा मकान उनका, पक्का और बिजली तक नहीं। माँ के 5वें दिन में ड्रिप लगी हुई थी क्योंकि लगातार वो सिर्फ बेहोश हो रही है। इकलौता बेटा, 2 बेटियों के बाद, 18 साल का। बड़े चाह के साथ माँ ने भेजा कि इतना बड़ा किसानी आंदोलन चल रहा है, उस आंदोलन को मजबूत करने के लिए, अपनी हक की लड़ाई के, बेटा जाके वहाँ पे लंगर लगाओ, किसानों को तुम खाना खिलाओ। माँ ने तैयार करके अपने इकलौते बेटे को भेजा। 2017 ਦੇ ਵਿੱਚ ਜਦੋਂ ਨਵੀਂ ਸਰਕਾਰ ਪੰਜਾਬ 'ਚ ਬਣਨੀ ਸੀ, ਉਸ ਵਕਤ ਕਾਂਗਰਸ ਦੇ ਵੱਲੋਂ ਵੱਡਾ ਚੋਣ ਮੈਨੀਫੈਸਟੋ ਪੇਸ਼ ਕੀਤਾ ਗਿਆ ਸੀ। ਇਸ ਚੋਣ ਮੈਨੀਫੈਸਟੋ ਦੇ ਵਿੱਚ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਹੋਏ ਸੀ। ਕਰਜ਼ਾ ਕੁਰਕੀ ਮਾਫੀ ਤੋਂ ਲੈ ਕੇ ਬਿਜਲੀ ਦੇ ਬਿੱਲ ਤੱਕ ਮਾਫ ਕਰਨ ਦੀ ਗੱਲ ਆਖੀ ਗਈ ਸੀ, ਪਰ ਇਹ ਵਾਅਦੇ ਪੂਰੇ ਨਾ ਹੋਣ ਦੇ ਚੱਲਦਿਆਂ 4.5 ਸਾਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਲੈ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਬਣਦੇ ਨੇ। ਪਰ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਿਆ ਵੀ ਸਮਾਂ ਲਗਾਤਾਰ ਮੁੱਠੀ 'ਚੋਂ ਰੇਤ ਤੇ ਵਾਂਗ ਕਿਰਦਾ ਜਾ ਰਿਹਾ ਹੈ। ਅਜਿਹੇ ਸਮੇਂ ਦੇ ਵਿੱਚ ਵੀ ਜਿਸ ਹਿਸਾਬ ਦੇ ਨਾਲ ਵਾਅਦੇ ਨਹੀਂ ਪੂਰੇ ਹੋ ਰਹੇ ਤਾਂ ਹੁਣ ਲੋਕ ਕਾਂਗਰਸੀ ਵਿਧਾਇਕਾਂ ਨੂੰ ਸਵਾਲ ਪੁੱਛਣ ਲੱਗੇ ਨੇ। ਬੀਤੇ ਦਿਨੀ ਦਵਿੰਦਰ ਸਿੰਘ ਘੁਬਾਇਆ ਜੋ ਵਿਧਾਇਕ ਨੇ, ਨੌਜਵਾਨ ਵਿਧਾਇਕ ਨੇ, ਉਹਨਾਂ ਨੂੰ ਘੇਰ ਲਿਆ ਗਿਆ ਇੱਕ ਪਿੰਡ ਦੇ ਵਿੱਚ, ਜਿਸ ਮੌਕੇ ਤੇ ਉਹ ਇੱਕ ਸੜਕ ਦਾ ਉਦਘਾਟਨ ਕਰ ਰਹੇ ਸੀ। ਦਵਿੰਦਰ ਸਿੰਘ ਘੁਬਾਇਆ ਨੂੰ ਘੇਰ ਕੇ ਵੱਡੇ ਸਵਾਲ ਜਵਾਬ ਹੋਏ ਨੇ ਤੇ ਦਵਿੰਦਰ ਸਿੰਘ ਘੁਬਾਇਆ ਨੇ ਸਾਫ਼ ਤੌਰ ਤੇ ਉੱਤੇ ਇਸ ਸਾਰੇ ਮਸਲੇ ਦੇ ਉੱਤੇ ਆਪਣੀ ਗੱਲ ਵੀ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦਾ ਕਾਂਗਰਸੀ ਵਿਧਾਇਕਾਂ ਨਾਲ ਹੋ ਰਿਹਾ ਹੈ, ਬਹੁਤ ਵੱਡੇ ਸਵਾਲ ਨੇ। ਨਵਾਂ ਹਸਪੀਟਲ ਫਾਈਲ ਕਾ ਬਣ ਰਿਹਾ ਹੈ, ਥੋੜੇ ਦਿਨਾਂ ਦੇ ਵਿੱਚ ਉਹ ਕੰਪਲੀਟ ਹੋ ਗਿਆ। ਉਹਦੀਆਂ ਬਿਲਡਿੰਗਾਂ 2 ਸਾਲ ਪਹਿਲਾਂ ਦੇ ਤਿਆਰ ਹੋਈਆਂ ਪਈਆਂ ਨੇ, ਉਦਘਾਟਨ ਤਾਂ ਨਹੀਂ ਕੀਤਾ ਕਿ ਵੀ ਇਲੈਕਸ਼ਨ ਆਵੇਗਾ ਨੇੜੇ ਆ ਕੇ ਆਪਾਂ 2 ਸਾਲ ਦੀ ਅਜੇ ਹੁਣ ਤਿਆਰ ਹੋਈਆਂ। ਉਹ ਜਲਾਲਾਬਾਦ ਤਾਂ ਮੇਰਾ ਹਲਕਾ ਹੈ ਨਹੀਂ, ਮੇਰਾ ਹਲਕਾ ਤਾਂ ਫਾਜ਼ਿਲਕਾ ਹੈ। ਮੈਂ ਫਾਜ਼ਿਲਕਾ ਦੀ ਗੱਲ ਕਿਹੜੀ ਸੇਲ ਹੋਊਗਾ ਜੀ? 4.5 ਸਾਲ ਹੋ ਗਏ ਤੁਸੀਂ ਕੰਮ ਕੀਤਾ। ਆ ਸੜਕ ਨੂੰ ਕਿੰਨੇ 4 ਸਾਲ ਹੋ ਗਏ ਤੁਹਾਡੇ ਕੋਲ ਜਾਂਦਿਆਂ ਨੂੰ। ਇਹ ਰਿਪੇਅਰ ਚ ਪੈ ਗਈ ਜੀ, ਇਹ ਰਿਪੇਅਰ ਹੋ 4 ਸਾਲ ਹੋ ਗਏ ਅਜੇ ਤੱਕ ਤਾਂ ਬਣੀ ਨਹੀਂ ਸਾਡੀ। ਜਦੋਂ ਵੋਟਾਂ ਦਾ ਟਾਈਮ ਆਇਆ ਉਦੋਂ ਹੀ ਕਿਉਂ ਰਿਪੇਅਰ ਚ ਪੈਂਦੇ ਨੇ ਜੀ? 4 ਸਾਲ ਪਹਿਲਾਂ ਆਪਾਂ ਕਿੱਧਰ ਆਏ ਨੇ ਜੀ? ਜਦੋਂ 6 ਸਾਲ ਬਾਅਦ ਸੜਕ ਜਿਹੜੀ ਹੁੰਦੀ ਹੈ, 6 ਸਾਲਾਂ ਬਾਅਦ ਉਹ ਰਿਪੇਅਰ ਹੋ ਸਕਦੀ ਹੈ। ਇਹ ਸੜਕ ਨੂੰ 25 ਸਾਲ ਹੋ ਗਏ ਨਹੀਂ ਬਣੀ ਨੂੰ। ਇਹਨੂੰ 25 ਸਾਲ ਹੋ ਗਏ ਬਣੀ ਨੂੰ। ਕਾਗਜ਼ਾਂ ਵਿੱਚ ਸਾਨੂੰ ਨਹੀਂ ਪਤਾ ਕਿੰਨੀਆਂ ਰਿਪੇਅਰ ਪੈ ਚੁੱਕੀ ਹੈ। ਸਾਡੀ ਸਰਕਾਰ ਹੁਣ ਰਿਪੇਅਰ ਕਰ ਰਹੀ ਹੈ ਨਾ ਸੜਕਾਂ, ਪਿਛਲੀਆਂ ਕਰ ਰਹੀ ਹੋਸੀ, ਪਰ ਸਾਡੇ ਕੋਲ ਤਾਂ ਕੋਈ ਨਹੀਂ ਹੈ। ਅਸੀਂ ਕਿਵੇਂ ਮੰਨੀਏ ਵੀ ਸਾਡੀਆਂ ਹੋਈਆਂ ਨਹੀਂ? ਐਕਚੁਅਲ ਚ ਹੋਊਗੀ ਜੀ, ਤੁਹਾਡੇ ਇੱਥੇ ਸੜਕ ਰਿਪੇਅਰ ਹੋਊਗੀ। ਕੱਲੀ ਆ ਨਹੀਂ, ਤੁਸੀਂ ਆਸੇ ਪਾਸੇ ਵੇਖ ਰਹੇ ਹੋ ਕਿੰਨੀਆਂ ਸੜਕਾਂ ਰਿਪੇਅਰ ਹੋ ਰਹੀਆਂ। ਤੁਹਾਡੀ ਵੀ ਟੈਂਡਰ ਲੱਗਿਆ ਹੋਇਆ, ਵੀ ਹੋ ਜਾਣਾ। ਨਹੀਂ ਹੋਈ, ਇਹਦਾ ਟੈਂਡਰ ਲੱਗਿਆ ਹੋਇਆ ਹੋ ਜਾਣੀ। ਚੋਣ ਜਾਲ ਤਾਂ ਲੱਗ ਜਾਣੀ, ਕਹਾਣੀ ਖਤਮ ਹੋ ਜਾਣੀ। ਚੋਣ ਜਾਲ ਤੇ ਨੂੰ ਤਾਂ ਅਜੇ 3 ਮਹੀਨੇ ਪਏ ਆ। ਚਲੋ ਇਹ ਦੱਸੋ ਵੀ ਅਗਲੀ ਵਾਰੀ ਤੁਹਾਡੀ ਸਰਕਾਰ ਆਉਂਦੀ ਹੈ, ਜਿਹੜਾ ਸਾਰਾ ਕੰਮ ਪ੍ਰਾਈਵੇਟ ਹੋ ਰਿਹਾ ਉਹਨੂੰ ਤੁਸੀਂ ਸਰਕਾਰੀ ادارے ਚ ਲਿਆਉਣ ਦੀ ਕਿੰਨੀ ਕੋਸ਼ਿਸ਼ ਕਰੋਗੇ? ਬਿਲਕੁਲ, ਹੁਣ ਮੈਨੀਫੈਸਟੋ ਸਰਕਾਰ ਬਣਾਊਗੀ, ਉਹਦੇ ਚ ਮੋਰਾ ਸਾਹਿਬ ਕਿਸ ਤਰ੍ਹਾਂ ਵੇਖ ਰਹੇ ਹੋ ਜਿਸ ਹਿਸਾਬ ਦੇ ਨਾਲ ਹੁਣ ਕਾਂਗਰਸੀ ਵਿਧਾਇਕਾਂ ਦਾ ਵਿਰੋਧ ਹੋਣ ਲੱਗਿਆ, ਇਸ ਵਿਰੋਧ ਦੇ ਨਾਲ ਕੀ ਲੱਗਦਾ ਕਿ ਸਿਆਸਤ ਕੀ ਰੁਖ ਲੈ ਰਹੀ ਹੈ? ਸ਼ੇਰ ਸਿੰਘ ਘੁਬਾਇਆ ਜਿਹੜੇ ਕਿ ਕਾਂਗਰਸ ਦੇ ਐਮਐਲਏ ਨੇ, ਉਹਨਾਂ ਨੂੰ ਅੱਜ ਜਿਹੜਾ ਘੇਰਿਆ ਗਿਆ ਸੀਗਾ, ਕੁਝ ਪਿੰਡ ਦੇ ਲੋਕਾਂ ਨੇ ਘੇਰਿਆ ਔਰ ਉਹਨਾਂ ਤੋਂ ਡਿਮਾਂਡ ਕੀਤੀ ਕਿ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਕਿਉਂ ਨਹੀਂ ਹਜੇ ਤੱਕ ਪੂਰੇ ਹੋਏ। ਸੋ ਇਹ ਮੈਂ ਸਮਝਦਾ ਕਿ ਲੋਕਤੰਤਰ ਵਿੱਚ ਲੋਕਾਂ ਦਾ ਹੱਕ ਵੀ ਹੈ ਕਿ ਆਪਣੇ ਉਹ ਚੁਣੇ ਹੋਏ ਪ੍ਰਤੀਨਿਧੀਆਂ ਤੋਂ ਸਵਾਲ ਕਰ ਸਕਣ, ਕਿਉਂਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵੋਟ ਦਾ ਅਧਿਕਾਰ ਹੈ, ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੈ। ਸੋ ਕਾਂਗਰਸ ਨੇ ਜਦੋਂ 2017 ਦੀ ਵਿਧਾਨ ਸਭਾ ਚੋਣਾਂ ਲੜੀਆਂ ਸੀਗੀਆਂ ਤਾਂ ਉੱਥੇ ਬਹੁਤ ਵੱਡੇ ਵਾਅਦੇ ਕੀਤੇ ਸੀ, ਖਾਸ ਤੌਰ 'ਤੇ ਕਿਸਾਨਾਂ ਦੇ ਕਰਜ਼ ਮਾਫ ਦੀ ਗੱਲ ਕੀਤੀ ਸੀ, ਵੀ ਕਰਜ਼ ਮਾਫ ਕਰ ਦਿੱਤੇ ਜਾਣਗੇ। ਉਸ ਤੋਂ ਇਲਾਵਾ ਯੂਥ ਨੂੰ ਨੌਕਰੀਆਂ ਦੇਵਾਂਗੇ, ਬਿਜਲੀ ਜਿਹੜੇ ਸਮਝੌਤੇ ਹੋਏ ਸੀ ਉਹ ਰੱਦ ਕਰਾਂਗੇ ਔਰ ਬੇਅਦਬੀ ਦੇ ਜਿਹੜੇ ਮਾਮਲੇ ਹੋਏ ਸੀ ਉਹਦੇ ਵਿੱਚ ਆਰੋਪੀਆਂ ਨੂੰ ਸਲਾਖਾਂ ਪਿੱਛੇ ਕਰਨ ਦਾ ਵਾਅਦਾ ਕੀਤਾ ਸੀਗਾ। ਸੋ ਕਈ ਬਹੁਤ ਵੱਡੇ ਵਾਅਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀਗੇ ਪੰਜਾਬ ਦੇ, ਉਸ ਟਾਈਮ ਉਹਨਾਂ ਨੇ ਬੜੇ ਲੰਬੇ ਚੌੜੇ ਵਾਅਦੇ ਕਰਕੇ ਚੋਣਾਂ ਦੇ ਵਿੱਚ ਜਿੱਤੀਆਂ ਸੀਗੀਆਂ ਔਰ ਜਦੋਂ ਹੁਣ 4.5 ਸਾਲ ਦਾ ਸਮਾਂ ਬੀਤ ਗਿਆ ਤਾਂ ਕਈ ਵਾਅਦੇ ਜਿਹੜੇ ਸੀਗੇ ਸਰਕਾਰ ਦੇ ਪੂਰੇ ਨਹੀਂ ਹੋ ਸਕੇ। ਖਾਸ ਤੌਰ 'ਤੇ ਬੇਅਦਬੀ, ਰੇਤਾ ਮਾਈਨਿੰਗ ਦੀ, ਖਾਸ ਤੌਰ 'ਤੇ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰੀਏ, ਰੇਤਾ ਸਸਤਾ ਹੋਣ ਦੀ ਗੱਲ ਕਰੀਏ ਜਾਂ ਬੇਅਦਬੀਆਂ ਦੇ ਮਾਮਲੇ ਕਹੀਏ, ਉਹਨਾਂ 'ਤੇ ਕੋਈ ਵੀ ਹਜੇ ਫੈਸਲਾ ਸਰਕਾਰ ਨਹੀਂ ਕਰਾ ਪਾਈ ਹੈ। ਕੋਈ ਐਸਾ ਡਿਸੀਜ਼ਨ ਸਾਹਮਣੇ ਨਹੀਂ ਆਇਆ ਜਿਹਦੇ ਨਾਲ ਆਰੋਪੀ ਗ੍ਰਿਫਤਾਰ ਹੋਣ, ਕਿਉਂਕਿ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀਗੀ। ਔਰ ਜਿਸ ਤਰੀਕੇ ਨਾਲ ਅੱਜ ਰੋਕਿਆ ਲੋਕਾਂ ਨੇ, ਤੇ ਉੱਥੇ ਇੱਕ ਗੱਲ ਸਾਫ਼ ਹੈ
ਕਿ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਪੈਦਾ ਹੋ ਰਿਹਾ ਬਾਰ-ਬਾਰ ਕਿ ਆਖਿਰਕਾਰ ਉਹਨਾਂ ਨਾਲ ਧੋਖਾ ਕੀਤਾ ਗਿਆ, ਉਹਨਾਂ ਦੇ ਵਾਅਦੇ ਕਦੋਂ ਪੂਰੇ ਕੀਤੇ ਜਾਣਗੇ। ਸੋ ਅੱਜ ਲੋਕਾਂ ਨੇ ਜਿਹੜੇ ਪ੍ਰਸ਼ਨ ਕੀਤੇ ਨੇ ਉਹ ਕੋਈ ਗਲਤ ਪ੍ਰਸ਼ਨ ਨਹੀਂ ਆ। ਹਾਂ, ਇਹ ਹੋ ਸਕਦਾ ਲੋਕਤੰਤਰ ਦੀ ਮਰਿਆਦਾ ਅਨੁਸਾਰ ਨਾ ਹੋਵੇ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਪੁੱਛਿਆ ਉਹਦੇ 'ਚ ਕੋਈ ਉਹਨਾਂ ਨੇ ਗਲਤ ਵੀ ਨਹੀਂ ਕੀਤਾ। ਕਿਸਾਨਾਂ ਦਾ ਹੱਕ ਹੈ, ਉਹ ਕਿਸੇ ਨੂੰ ਵੀ ਸਵਾਲ ਜਵਾਬ ਕਰ ਸਕਦੇ ਆ। ਸੋ ਹੁਣ ਜਿਹੜਾ ਸਮਾਂ ਬਚਿਆ, ਚਾਹੇ ਉਹ CM ਚੰਨੀ ਸਾਹਿਬ ਨਵੇਂ ਆਪਣੇ ਆ ਗਏ ਨੇ ਪੰਜਾਬ ਦੀ ਸਰਕਾਰ ਦੇ ਵਿੱਚ, ਕਿਉਂਕਿ ਉਹ ਪਹਿਲਾਂ ਤਕਨੀਕੀ ਸਿੱਖਿਆ ਮੰਤਰੀ ਸੀ, ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਉਹ ਨਵੇਂ ਪੰਜਾਬ ਦੇ CM ਬਣੇ ਸੀਗੇ। ਸੋ ਉਹਨਾਂ ਨੇ ਵੀ ਬੜੇ ਵਾਅਦੇ ਕੀਤੇ ਸੀ ਆਮ ਲੋਕਾਂ ਨਾਲ ਕਿ ਅਸੀਂ ਜਿਸ ਤਰ੍ਹਾਂ ਹੀ ਸ਼ਾਸਨ ਸੰਭਾਲਾਂਗੇ, ਉਹਨਾਂ ਦੀ ਟੀਮ ਸੰਭਾਲੇਗੀ, ਕੈਬਨਿਟ ਵੀ ਜਦੋਂ ਕੰਮ ਕਰੇਗੀ ਤਾਂ ਉਹ ਪੂਰੇ ਪੰਜਾਬ ਦੇ ਜੋ ਮਸਲੇ ਮੇਨ ਮੁੱਦੇ ਸੀ ਉਹਨਾਂ ਨੂੰ ਹੱਲ ਕਰੇਗੀ। ਲੇਕਿਨ ਬਿਜਲੀ ਦੇ ਮੁੱਦੇ 'ਤੇ ਉਹਨਾਂ ਨੇ ਜਿਹੜਾ ਕਹਿ ਸਕਦੇ ਕਿ ਆਪਾਂ ਜਿਹੜੇ ਪੁਰਾਣੇ ਬਿੱਲ ਸੀ ਉਹ ਮਾਫ ਕਰਤੇ ਹੈ। 2 ਕਿਲੋਵਾਟ ਤੱਕ ਦੇ ਜਿਹੜੇ ਕੰਜ਼ਿਊਮਰ ਸੀ ਉਹਨਾਂ ਦੇ ਬਿੱਲ ਜਿਹੜੇ ਜਿੰਨੇ ਵੀ ਪੈਂਡਿੰਗ ਸੀ ਹੁਣ ਤੱਕ ਦੇ ਉਹ ਉਹਨਾਂ ਨੂੰ ਮਾਫ ਕਰਕੇ ਇੱਕ ਵੱਡੀ ਰਾਹਤ ਜ਼ਰੂਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਇਲਾਵਾ ਅੰਬੇਦਕਰ ਮਿਊਜ਼ੀਅਮ ਦੇਣ ਦੀ ਗੱਲ ਕੀਤੀ ਹੈ ਔਰ ਹੋਰ ਵੀ ਕਈ ਜੋ ਉਹਨਾਂ ਨੇ ਲਾਭ ਦਿੱਤੇ ਸਰਕਾਰ ਨੇ, ਪਰ ਹਜੇ ਵੱਡੇ ਏਜੰਡੇ ਬਾਕੀ ਨੇ। ਖਾਸ ਤੌਰ 'ਤੇ ਰੇਤਾ, ਜਿਸ ਤਰ੍ਹਾਂ ਕਹਿ ਸਕਦੇ ਸੀ ਆਪਾਂ ਕਿ ਸਸਤਾ ਕਰਨ ਦੀ ਗੱਲ ਆ ਰਹੀ ਸੀ, ਕਰਪਸ਼ਨ ਖਤਮ ਕਰਨ ਦੀ ਗੱਲ ਆ ਸੀ ਔਰ ਬੇਅਦਬੀ ਮਾਮਲਿਆਂ ਦੇ ਵਿੱਚ ਗ੍ਰਿਫਤਾਰੀ ਜਿਹੜੇ ਆਰੋਪੀ ਸੀਗੇ ਜਿਨ੍ਹਾਂ ਨੇ ਪੰਜਾਬ 'ਚ ਮੰਦਭਾਗੀ ਘਟਨਾ ਕੀਤੀ ਸੀ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਕਿਸਾਨਾਂ ਦੇ ਕਰਜ਼ ਵੀ ਮਾਫ ਪੂਰੀ ਤਰ੍ਹਾਂ ਨਹੀਂ ਹੋ ਪਾਏ, ਕੁਝ ਜ਼ਰੂਰ ਕੀਤੇ ਹੈ ਲੇਕਿਨ ਹਜੇ ਉਹਦੇ 'ਚ ਰਾਹਤ ਹੋਰ ਦੇਣ ਦੀ ਲੋੜ ਹੈ। ਸੋ ਜੋ ਇਹ ਸਵਾਲ ਜਵਾਬ ਨੇ ਇਹ ਹੁਣ ਦੇ ਨਹੀਂ ਹੈ, ਇਹ ਹੁਣ ਜਦੋਂ ਸਰਕਾਰ 3 ਮਹੀਨਿਆਂ 'ਚ ਅਗਰ ਪੂਰੇ ਨਹੀਂ ਕਰੇਗੀ ਤਾਂ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਜਵਾਬ ਲੋਕਾਂ ਕੋਲੋਂ ਸਵਾਲ ਜਿਹੜੇ ਆਉਣਗੇ ਔਰ ਉਹਦੇ ਜਵਾਬ ਦੇਣੇ ਪੈਣਗੇ। ਔਰ ਅਗਰ ਇਹ ਜਿਹੜੇ ਮਸਲੇ ਸਰਕਾਰ ਨੇ ਹੱਲ ਨਾ ਕੀਤੇ ਤਾਂ ਉਹਦਾ ਖਾਮਿਆਜ਼ਾ ਵੀ ਅੱਗੇ ਭੁਗਤਣਾ ਪੈ ਸਕਦਾ ਹੈ। ਬਹੁਤ ਬਹੁਤ ਧੰਨਵਾਦ ਮੌਰਿਆ ਸਾਹਿਬ ਇਸ ਖਬਰ ਦੇ ਉੱਤੇ ਵਿਸ਼ੇਸ਼ ਤੌਰ ਤੇ ਉੱਤੇ ਗੱਲਬਾਤ ਤੁਸੀਂ ਸਾਡੇ ਨਾਲ ਕੀਤੀ ਹੈ। ਸੋ ਅਗਲੀ ਖਬਰ ਦੇ ਵੱਲ ਵਧਾਂਗੇ ਤੇ ਮਾਰਕੀਟ ਕਮੇਟੀਆਂ ਵੀ ਲਗਾਤਾਰ ਐਕਸ਼ਨ ਦੇ ਵਿੱਚ। ਜਲਾਲਾਬਾਦ ਦੇ ਵਿੱਚ ਬੀਤੇ ਦਿਨਾਂ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਜਲਾਲਾਬਾਦ ਦੇ ਵਿੱਚ ਮਾਰਕੀਟ ਕਮੇਟੀ ਐਕਸ਼ਨ 'ਚ ਆਈ ਅਤੇ ਜਦੋਂ ਤਾਂਦਲੀ ਹੁੰਦੀ ਵਿਖੀ ਤਾਂ ਉੱਥੇ ਇੱਕ ਆੜਤੀ ਦਾ ਲਾਇਸੈਂਸ ਤੱਕ ਰੱਦ ਕਰ ਦਿੱਤਾ ਗਿਆ। ਸੋ ਹੁਣ ਮਾਰਕੀਟ ਕਮੇਟੀਆਂ ਵੀ ਵੱਡੇ ਐਕਸ਼ਨ ਮੂਡ ਦੇ ਵਿੱਚ ਨੇ। ਹਾਂਜੀ, ਕੱਲ ਅਸੀਂ ਚੈਕਿੰਗ ਦੌਰਾਨ ਦੇਖਿਆ ਕਿ ਇੱਕ ਪ੍ਰਾਈਵੇਟ ਜਗ੍ਹਾ ਤੇ ਮੁਟਨੇਜਾ ਕਮਿਸ਼ਨ ਏਜੰਟ ਵੱਲੋਂ 472 ਗੱਟੇ ਪਰਮਲ ਝੋਨੇ ਦੇ ਭਰ ਕੇ ਖਰੀਦ ਵੇਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਰਿਕਾਰਡ ਚੈੱਕ ਕਰਨ 'ਤੇ ਅਸੀਂ ਵੇਖਿਆ ਕਿ ਦਫ਼ਤਰ ਦੇ ਰਿਕਾਰਡ 'ਚ ਕਿਤੇ ਵੀ ਉਹਦੀ ਐਂਟਰੀ ਨਹੀਂ ਹੈ। ਸੋ ਸੈਕਟਰੀ ਮਾਰਕੀਟ ਕਮੇਟੀ ਨੂੰ ਅਗਲੀ ਕਾਰਵਾਈ ਵਾਸਤੇ ਮੈਂ ਲਿਖਤਾ ਸੀ, ਜਿਨ੍ਹਾਂ ਨੇ ਕਾਰਵਾਈ ਕਰਦੇ ਹੋਏ ਅੱਜ ਮੁਟਨੇਜਾ ਕਮਿਸ਼ਨ ਏਜੰਟ ਦਾ ਲਾਇਸੈਂਸ ਸਸਪੈਂਡ ਕਰਤਾ ਜੀ ਤੇ ਅਗਲੀ ਕਾਰਵਾਈ ਚੱਲ ਰਹੀ ਹੈ। ਸਰ, ਇਹ ਜੇ ਲਿਖਵਾਉਂਦੇ ਨਹੀਂ ਤੇ ਇਸ ਦੇ ਨਾਲ ਕਿਸ ਨੂੰ ਘਾਟਾ, ਗਵਰਨਮੈਂਟ ਨੂੰ ਕਮਿਸ਼ਨ ਦਾ ਘਾਟਾ ਪੈਂਦਾ ਜਾਂ ਕੋਈ ਹੋਰ? ਹਾਂਜੀ, ਇਹ ਕੇਸ ਸੀਗਾ ਜੀ ਕਿ ਜਿਹੜੀ ਮਾਰਕੀਟ ਫੀਸ RDF ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਉਂਕਿ ਜਿੰਨੀ ਵੀ ਟ੍ਰਾਂਜੈਕਸ਼ਨ ਹੁੰਦੀ ਹੈ, ਖਰੀਦ ਵੇਚ ਹੁੰਦੀ ਹੈ ਕਿਸੇ ਫਸਲ ਦੀ, ਉਹਦੇ 'ਤੇ ਮੰਡੀ ਬੋਰਡ ਵੱਲੋਂ ਮਾਰਕੀਟ ਫੀਸ ਤੇ RDF ਵਸੂਲਿਆ ਜਾਂਦਾ ਹੈ। ਸੋ ਇਹ ਸਰਕਾਰ ਦੇ ਰੈਵਨਿਊ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਸਰ, ਕੋਈ ਜੁਰਮਾਨਾ ਵਗੈਰਾ ਵੀ ਲੱਗੇਗਾ ਇਹਨਾਂ ਨੂੰ ਕੋਈ ਇਨਕੁਆਇਰੀ ਤੋਂ ਬਾਅਦ? ਹਾਂਜੀ, ਪੜਤਾਲ ਚੱਲ ਰਹੀ ਹੈ। ਜੇ ਕੋਈ ਹੋਰ ਇਹਦੇ 'ਚ ਫਰਮ ਲਾਇਸੈਂਸੀ ਫਰਮ ਨਾਲ ਦੋਸ਼ੀ ਪਾਈ ਗਈ ਉਹ 'ਤੇ ਵੀ ਕਾਰਵਾਈ ਹੋਊਗੀ ਤੇ ਜੁਰਮਾਨਾ ਵੀ ਲੱਗੂਗਾ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।